ਅਮੀਆਂ ਕੁੰਵਰ ਦੁਆਰਾ ਸੰਪਾਦਿਤ ਪੁਸਤਕ ਆਈਆਂ ਨੇ ਯਾਦਾਂ ਤੇਰੀਆਂ ਦਾ ਅਗਲਾ ਲੇਖ ਹੈ। ਅਮਰਤਾ ਪ੍ਰੀਤਮ ਦੀ ਗੁਆਚੀ ਯਾਦ ਦਾ ਸਿਲਸਿਲਾ। ਲੇਖਕ ਪ੍ਰੋਫੈਸਰ ਨਰਿੰਜਨ ਤਸਨੀਮ। ਇਹ ਤਾਂ ਨਹੀਂ ਮੈਂ ਕਹਿ ਸਕਦਾ ਫੈਜ਼ਮ ਅਹਿਮਦ ਫੈਜ਼ ਵਾਂਗ ਰਾਤ ਯੂੰ ਦਿਲ ਮੇਂ ਤੇਰੀ ਖੋਈ ਹੋਈ ਯਾਦ ਆਈ। ਅਮਰਤਾ ਪ੍ਰੀਤਮ ਮੇਰੇ ਤੋਂ 10 ਸਾਲ ਵੱਡੀ ਸੀ, ਇਸ ਲਈ ਮੇਰੇ ਦਿਲ 'ਚ ਉਹਦੇ ਲਈ ਬੜਾ ਆਦਰ ਸੀ। ਉਂਝ ਉਹ ਨਿਰੇ ਆਦਰ ਨੂੰ ਪਸੰਦ ਨਹੀਂ ਸੀ ਕਰਦੀ ਜਿੰਨਾ ਚਿਰ ਉਸ 'ਚ ਸਨੇਹ ਨਾ ਮਿਲਿਆ ਹੋਵੇ। ਸੋ ਮੈਂ ਕਹਿ ਸਕਦਾ ਕਿ ਉਹਦੇ ਪ੍ਰਤੀ ਮੇਰਾ ਸਨੇਹ ਭਰਿਆ ਆਦਰ ਸੀ। ਇਸ ਲਈ ਉਹਦੀ ਯਾਦ ਮੈਨੂੰ ਕੱਲ੍ਹ ਰਾਤ ਨੂੰ ਨਹੀਂ ਬਲਕਿ ਅੱਜ ਸਵੇਰੇ ਆਈ ਹੈ ਅਤੇ ਮੈਂ ਉਸ ਪ੍ਰਤੀ ਯਾਦਾਂ ਦਾ ਵੇਰਵਾ ਲਿਖਣ ਬੈਠ ਗਿਆ। ਉਨ੍ਹੀਂ ਦਿਨੀ ਮੈਂ ਗੌਰਮੈਂਟ ਕਾਲਜ ਟਾਂਡਾ ਉੜਮੋੜ 'ਚ ਅੰਗਰੇਜ਼ੀ ਦਾ ਲੈਕਚਰਾਰ ਸਾਂ ਕਿ ਮੇਰੇ ਮਨ 'ਚ ਆਧੁਨਿਕ ਪੰਜਾਬੀ ਸਾਹਿਤ ਨੂੰ ਪੜ੍ਹਨ ਦਾ ਖਿਆਲ ਪੈਦਾ ਹੋਇਆ। ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਦੇ ਸਾਰੇ ਕਾਵਿ ਸੰਗ੍ਰਹਿ ਲਾਇਬ੍ਰੇਰੀ 'ਚੋਂ ਜਾਰੀ ਕਰਵਾਏ। ਦਿਨਾਂ 'ਚ ਹੀ ਉਹਨਾਂ ਨੂੰ ਪੜ੍ਹ ਕੇ ਵਾਪਸ ਘਰ ਆਇਆ। ਫਿਰ ਮੈਂ ਅਮਰਤਾ ਦੇ ਉਸ ਵਕਤ ਤੱਕ ਦੇ ਛਪੇ ਸਾਰੇ ਨਾਵਲ ਘਰ ਲੈ ਆਇਆ। ਇੱਕ ਇੱਕ ਕਰਕੇ ਪੜ੍ਹਦਾ ਗਿਆ। ਉਹ 10 ਨਾਵਲ ਪੜ੍ਹ ਕੇ ਮੈਂ ਅੰਗਰੇਜ਼ੀ 'ਚ ਉਹਨਾਂ ਬਾਰੇ ਇੱਕ ਆਲੋਚਨਾਤਮਕ ਲੇਖ ਲਿਖਿਆ। ਛੇਤੀ ਕਾਲਜ 'ਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਅਤੇ ਮੇਰਾ ਦਿੱਲੀ ਜਾਣ ਦਾ ਪ੍ਰੋਗਰਾਮ ਬਣ ਗਿਆ। ਮਈ 1964 'ਚ ਮੈਂ 10-15 ਦਿਨ ਦਿੱਲੀ ਰਿਹਾ। ਉਨ੍ਹੀਂ ਦਿਨੀ ਮੈਂ ਅਮਰਤਾ ਪ੍ਰੀਤਮ ਨੂੰ ਫੋਨ ਕੀਤਾ ਕਿ ਉਹਦੇ ਨਾਵਲਾਂ ਬਾਰੇ ਮੈਂ ਇੱਕ ਲੇਖ ਲਿਖਿਆ ਹੈ ਅਤੇ ਉਸ ਵਿੱਚ ਕੁਝ ਹੋਰ ਵਾਧਾ ਕਰਨ ਲਈ ਉਸ ਨਾਲ ਵਾਰਤਾਲਾਪ ਕਰਨਾ ਚਾਹੁੰਦਾ। ਉਹਦਾ ਜਵਾਬ ਸੀ, ਕੱਲ੍ਹ ਪਹਿਲਾਂ ਫੋਨ ਕਰਕੇ ਆ ਜਾਣਾ। ਫੋਨ 'ਤੇ ਉਹਦਾ ਹੁੰਗਾਰਾ ਲੈ ਕੇ ਮੈਂ ਹੌਜ਼ ਖਾਸ ਇਨਕਲੇਵ ਪਹੁੰਚ ਗਿਆ। ਉੱਪਰ ਦੀਆਂ ਪੌੜੀਆਂ ਚੜ੍ਹਨ ਲੱਗਿਆ ਮੈਂ ਬੈਲ ਕੀਤੀ ਅਤੇ ਮੇਰੀ ਆਖਰੀ ਪੌੜੀ ਤੱਕ ਕੱਪੜਨ ਤੱਕ ਦਰਵਾਜ਼ਾ ਵੀ ਖੁੱਲ੍ਹ ਗਿਆ। ਮੇਰੇ ਸਾਹਮਣੇ ਚੀਨੀ ਲਿਬਾਸ 'ਚ ਇੱਕ ਮਧਰੇ ਕੱਦ ਵਾਲੀ ਬੌਬ ਕੱਟ ਸੁਨੱਖੀ ਮੁਟਿਆਰ ਖੜੀ ਸੀ। ਉਹਨੂੰ ਦੇਖਦੇ ਮੇਰੇ ਮੂੰਹ ਨਿਕਲਿਆ, ਮੈਂ ਅਮਰਤਾ ਪ੍ਰੀਤਮ ਨੂੰ ਮਿਲਣਾ। ਮੈਂ ਹੀ ਹਾਂ ਅਮਰਤਾ ਪ੍ਰੀਤਮ। ਉਹਨੇ ਮੁਸਕਰਾਉਂਦੇ ਹੋਏ ਆਪਣੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਅੰਦਰ ਆਉਣ ਲਈ ਕਿਹਾ। ਹਲਕੀ ਜਿਹੀ ਸ਼ਰਮਿੰਦਗੀ 'ਚ ਮੈਂ ਡਰਾਇੰਗ ਰੂਮ 'ਚ ਸੋਫੇ 'ਤੇ ਜਾ ਬੈਠਾ। ਉਹਨੂੰ ਮਿਲ ਤਾਂ ਭਾਵੇਂ ਮੈਂ ਪਹਿਲੀ ਵਾਰ ਰਿਹਾ ਸੀ, ਪਰ ਉਹਦੀਆਂ ਤਸਵੀਰਾਂ ਤਾਂ ਮੈਂ ਕਈ ਦੇਖੀਆਂ ਸੀ। ਇੱਥੋਂ ਤੱਕ ਕਿ ਉਹਦੀ ਪਹਿਲੀ ਕਾਵਿ ਪੁਸਤਕ ਜੋ 1946 'ਚ ਮੈਂ ਦੇਖੀ ਸੀ, ਉਹਦੀ ਤਸਵੀਰ ਵੀ ਮੇਰੇ ਚੇਤੇ 'ਚ ਸੀ। ਲੇਕਿਨ ਪਹਿਲੀ ਵਾਰ ਉਹਨੂੰ ਪੂਰੇ ਜਲੌਅ 'ਚ ਦੇਖਣ ਨਾਲ ਮੇਰੀਆਂ ਅੱਖਾਂ ਚੁੰਧਿਆ ਆ ਗਈਆਂ। ਅਮਰਤਾ ਪ੍ਰੀਤਮ ਨਾਲ ਉਸ ਪਹਿਲੀ ਮੁਲਾਕਾਤ ਦੀ ਯਾਦ ਅਜੇ ਤੱਕ ਮੇਰੇ ਜ਼ਿਹਨ 'ਚ ਉਕਰੀ ਹੋਈ ਹੈ। ਆਪਣੇ ਲੇਖ ਵਿੱਚੋਂ 1-2 ਪੈਰੇ ਮੈਂ ਉਹਨੂੰ ਪੜ੍ਹ ਕੇ ਸੁਣਾਏ ਤਾਂ ਉਸ ਪ੍ਰਸ਼ੰਸਾ ਕੀਤੀ। ਇਹਨੇ 'ਚ ਇੱਕ ਵਿਅਕਤੀ ਚਾਹ ਦੀ ਟਰੇ ਸਾਡੇ ਸਾਹਮਣੇ ਪਈ ਟੇਬਲ 'ਤੇ ਰੱਖ ਕੇ ਚਲਾ ਗਿਆ। ਚਾਹ ਪੀਂਦਿਆਂ ਮੈਂ ਉਹਨੂੰ ਕੁਝ ਸਵਾਲ ਪੁੱਛੇ ਜਿਨ੍ਹਾਂ ਦੇ ਵੇਰਵੇ ਸਾਹਿਤ ਉਸਨੇ ਜਵਾਬ ਦਿੱਤੇ। ਗੱਲਬਾਤ ਕੁਝ ਲੰਬੀ ਹੋ ਗਈ। ਉਹੀ ਵਿਅਕਤੀ ਚਾਹ ਦੀ ਇੱਕ ਹੋਰ ਟਰੇ ਲੈ ਆਇਆ। ਮਲਕੜੇ ਜਿਹੇ ਉਹਨੇ ਟਰੇ ਰੱਖੀ ਜਾਣ ਲੱਗਾ, ਪਰ ਅਮਰਤਾ ਨੇ ਰੋਕ ਲਿਆ। ਆ ਬੈਠ ਨਾ ਜੀਤੀ। ਫਿਰ ਮੇਰੇ ਵੱਲ ਤੱਕਦੀ ਕਹਿਣ ਲੱਗੀ, ਇਹ ਇਮਰੋਜ਼ ਹੈ, ਬਹੁਤ ਵਧੀਆ ਆਰਟਿਸਟ। ਮਾਹੌਲ ਹੋਰ ਖੁਸ਼ਗਵਾਰ ਹੋ ਗਿਆ। ਇਮਰੋਜ਼ ਵੀ ਸਾਡੀ ਗੱਲਬਾਤ 'ਚ ਥੋੜ੍ਹੇ ਸਮੇਂ ਲਈ ਸ਼ਾਮਲ ਹੋ ਗਿਆ। ਬਹੁਤ ਹੀ ਥੋੜ੍ਹੇ ਸਮੇਂ ਲਈ, ਜਿਸ 'ਚ ਇੰਨਾ ਪਤਾ ਲੱਗਾ ਕਿ ਇਮਰੋਜ਼ ਉਰਫ ਇੰਦਰਜੀਤ ਪਹਿਲਾਂ ਉਰਦੂ ਮਾਸਿਕ ਸ਼ਮਾ 'ਚ ਬਤੌਰ ਆਰਟਿਸਟ ਕੰਮ ਕਰਦਾ ਸੀ। ਕਿਸੇ ਵਕਤ ਮੈਂ ਸ਼ਮਾ ਪੜ੍ਹਦਾ ਰਿਹਾ ਸੀ, ਇਸ ਲਈ ਵਾਕਫੀਅਤ ਹੋਰ ਗਹਿਰੀ ਹੋ ਗਈ। ਬਾਅਦ ਵਿੱਚ ਇਮਰੋਜ਼ ਨੇ ਮੇਰੇ 2 ਨਾਵਲਾਂ ਦੇ ਟਾਈਟਲ ਵੀ ਡਿਜ਼ਾਈਨ ਕੀਤੇ। ਪਹਿਲੀ ਮੁਲਾਕਾਤ ਤੋਂ ਬਾਅਦ ਕੁਝ ਹੋਰ ਮੁਲਾਕਾਤਾਂ ਵੀ ਹੋਈਆਂ ਅਮਰਤਾ ਨਾਲ। ਹਰ ਮਹੀਨੇ ਇੱਕ ਨਿਸ਼ਚਿਤ ਦਿਨ ਉਹਦੇ ਘਰ ਸਾਹਿਤਕ ਮਿਲਣੀ ਵਾਲੀ ਸ਼ਾਮ ਵੀ ਮਨਾਈ ਜਾਂਦੀ ਸੀ। ਇੱਕ ਵਾਰ ਮੈਂ ਵੀ ਉਸ 'ਚ ਸ਼ਾਮਲ ਹੋਇਆ। ਦਿੱਲੀ ਦੇ ਕਹਿੰਦੇ ਕਹਾਉਂਦੇ ਸਾਹਿਤਕਾਰ ਵਕਤ ਸਿਰ ਉੱਥੇ ਪਹੁੰਚ ਗਏ। ਛੇਤੀ ਮਹਿਫਿਲ ਗਰਮ ਹੋ ਗਈ। ਇੱਕ ਦੂਜੇ ਵੱਲ ਉਂਗਲੀਆਂ ਵੀ ਉੱਠਣ ਲੱਗੀਆਂ, ਪਰ ਅਮਰਤਾ ਨੇ ਹੱਥ ਦੇ ਇਸ਼ਾਰੇ ਨਾਲ ਮੋਡਰੇਟਰ ਦਾ ਕਾਰਜ ਨਿਭਾਇਆ ਅਤੇ ਵਾਤਾਵਰਨ ਸ਼ਾਂਤ ਹੋ ਗਿਆ। ਫਿਰ ਚਾਹ ਦੀਆਂ ਚੁਸਕੀਆਂ 'ਚ ਖੁਸ਼ ਗੱਪੀਆਂ ਹੁੰਦੀਆਂ ਰਹੀਆਂ। ਸਮਾਂ ਆਉਣ 'ਤੇ ਮਹਿਫਿਲ ਬਰਖਾਸਤ ਹੋ ਗਈ। ਆਖਰ 'ਚ ਮੈਂ ਵੀ ਜਾਣ ਦੀ ਇਜਾਜ਼ਤ ਮੰਗੀ ਤਾਂ ਉਹਨੇ ਮੈਨੂੰ ਅਤੇ ਮੇਰੇ ਦੋਸਤ ਇੰਦਰ ਕੁਮਾਰ ਸਾਗਰ, ਜਿਹਦੇ ਨਾਲ ਮੈਂ ਆਇਆ ਸੀ, ਨੂੰ ਰੋਕ ਲਿਆ। ਇੰਨੇ 'ਚ ਰੰਮ ਦੇ ਜਾਮ ਟੇਬਲ 'ਤੇ ਆ ਗਏ। ਸਰਦੀ ਦੀ ਉਸ ਗਹਿਰੀ ਹੁੰਦੀ ਸ਼ਾਮ ਦਾ ਸ਼ਾਇਦ ਇਹੀ ਤਰੀਕਾ ਸੀ ਖੈਰ ਮਕਦਮ ਕਰਨ ਦਾ। ਹੋਰ ਅੱਧੇ ਪੌਣੇ ਘੰਟੇ ਬਾਅਦ ਜਦੋਂ ਸਾਗਰ ਅਤੇ ਮੈਂ ਉਸ ਘਰ ਤੋਂ ਬਾਹਰ ਆਏ ਤਾਂ ਇੰਝ ਲੱਗਾ ਜਿਵੇਂ ਉੱਥੇ ਗੁਜ਼ਾਰੇ ਸਮੇਂ 'ਚ ਅਸੀਂ ਪ੍ਰਤਿਭਾ ਨੂੰ ਮੂਰਤੀਮਾਨ ਹੁੰਦੇ ਵੇਖ ਲਿਆ ਹੋਵੇ। ਅਮਰਤਾ ਪ੍ਰੀਤਮ ਨਾਲ ਹੋਰ ਵੀ ਕਈ ਮੁਲਾਕਾਤਾਂ ਹੋਈਆਂ, ਪਰ ਇੱਕ ਵਿਸ਼ੇਸ਼ ਮੁਲਾਕਾਤ ਦਾ ਜ਼ਿਕਰ ਕਰਕੇ ਮੈਂ ਆਪਣੀ ਗੱਲ ਸਮਾਪਤ ਕਰਾਂਗਾ। ਇੱਕ ਵਾਰ ਮੈਂ ਸਵੇਰੇ 11 ਵਜੇ ਉਹਦੇ ਘਰ ਗਿਆ ਤਾਂ ਉੱਥੇ ਡਾਕਟਰ ਸੁਰਜੀਤ ਸਿੰਘ ਸੇਠੀ ਅਤੇ ਮੋਹਨ ਕਾਲੋ ਨੂੰ ਵੇਖ ਕੇ ਹੈਰਾਨ ਰਹਿ ਗਿਆ। ਕੁਝ ਸਾਲ ਪਹਿਲਾਂ ਡਾਕਟਰ ਸੇਠੀ ਦੇ ਕਿਸੇ ਲੇਖ ਦਾ ਬੁਰਾ ਮਨਾ ਕੇ ਅਮਰਤਾ ਪ੍ਰੀਤਮ ਉਹਨਾਂ ਤੋਂ ਨਾਰਾਜ਼ ਸਨ। ਸੇਠੀ ਉਦੋਂ ਆਲ ਇੰਡੀਆ ਰੇਡੀਓ ਜਲੰਧਰ 'ਚ ਡਰਾਮਾ ਵਿਭਾਗ ਦੇ ਮੁਖੀ ਸਨ। ਉਨ੍ਹੀਂ ਦਿਨੀਂ ਬਤੌਰ ਡਰਾਮਾ ਪ੍ਰੋਡਿਊਸਰ ਉਹ ਸਿਖਰ 'ਤੇ ਪਹੁੰਚਿਆ ਹੋਇਆ ਸੀ।
ਕੁਝ ਸਮੇਂ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਮੁਖੀ ਦੇ ਤੌਰ 'ਤੇ ਜੁਆਇਨ ਕੀਤਾ। ਹੁਣ ਅਚਾਨਕ ਅੰਮ੍ਰਿਤਾ ਪ੍ਰੀਤਮ ਦੇ ਘਰ 'ਚ ਉਸ ਨਾਲ ਖਿੜੇ ਮੱਥੇ ਗੱਲਾਂ ਕਰਦੇ ਵੇਖ ਪਹਿਲਾਂ ਮੈਨੂੰ ਹੈਰਾਨੀ ਹੋਈ, ਬਾਅਦ 'ਚ ਖੁਸ਼ੀ, ਤੇ ਛੇਤੀ ਮੈਂ ਉਸ ਖੁਸ਼ਗਵਾਰ ਮਾਹੌਲ ਨੂੰ ਕਬੂਲ ਕਰ ਲਿਆ। ਚਾਹ ਪੀਂਦੇ ਪੀਂਦੇ ਅੰਮ੍ਰਿਤਾ ਪ੍ਰੀਤਮ ਉੱਥੋਂ ਉੱਠੀ ਤੇ ਇੱਕ ਪੈਡ ਤੇ ਪੈਨ ਲੈ ਕੇ ਸਾਡੇ ਕੋਲ ਆ ਗਈ ਤੇ ਕਹਿਣ ਲੱਗੀ, ਨਾਗਮਣੀ ਲਈ ਮੈਂ ਤੁਹਾਡੀ ਇੰਟਰਵਿਊ ਕਰਨਾ ਚਾਹੁੰਦੀ ਹਾਂ। ਬਸ ਫੇਰ ਕੀ ਸੀ, ਕੁਝ ਸਵਾਲ, ਕੁਝ ਜਵਾਬ, ਕੁਝ ਬਾਤੋਂ ਕਾ ਬਤੰਗੜ। ਮੌਨ ਕਾਲੋਂ ਬਹੁਤਾ ਖਾਮੋਸ਼ ਹੀ ਰਿਹਾ। ਸੁਰਜੀਤ ਸਿੰਘ ਸੇਠੀ ਨੇ ਪੂਰੀ ਦਿਲਚਸਪੀ ਦਿਖਾਈ ਤੇ ਲੋੜ ਅਨੁਸਾਰ ਮੈਂ ਵੀ ਆਪਣੇ ਵਿਚਾਰ ਪ੍ਰਗਟ ਕਰਦਾ ਰਿਹਾ। ਹੌਲੀ ਹੌਲੀ ਅੰਮ੍ਰਿਤਾ ਪ੍ਰੀਤਮ ਆਪਣੇ ਮਹਿਬੂਬ ਵਿਸ਼ੇ ਯਾਨੀ ਜੀਵਨ ਵਿੱਚ ਪਿਆਰ ਦਾ ਮਹੱਤਵ ਵੱਲ ਆ ਗਈ। ਬਹੁਤ ਵਧੀਆ ਗੱਲਾਂ ਹੋਈਆਂ। ਸੇਠੀ ਦੇ ਨਾਵਲਾਂ ਦਾ ਵੀ ਵਧੇਰੇ ਕਰਕੇ ਇਹੀ ਥੀਮ ਰਿਹਾ ਹੈ। ਉਦੋਂ ਤੱਕ ਮੇਰੇ ਵੀ 4-5 ਨਾਵਲ ਛਪ ਚੁੱਕੇ ਸਨ। ਮੇਰੇ ਇੱਕ ਨਾਵਲ ਦਾ ਸਿਰਲੇਖ ਤਰੇੜਾਂ ਤੇ ਰੂਪ ਦਾ ਆਧਾਰ ਅੰਮ੍ਰਿਤਾ ਪ੍ਰੀਤਮ ਦੀ ਇੱਕ ਕਾਵ ਟੂਕ ਸੀ, ਰੂਪ ਸੱਜਣ ਦਾ ਜਲ ਥਲ ਰੱਜਵਾਂ, ਮੇਰੇ ਹੋਠਾਂ ਉੱਤੇ ਤਰੇੜਾਂ। ਗੱਲਾਂ ਗੱਲਾਂ 'ਚ ਮੈਂ ਕਿਹਾ, ਮੀਰ ਤਕੀ ਮੀਰ ਕਹਿੰਦਾ ਹੈ ਕਿ ਮੈਂ ਜਦੋਂ ਮਰ ਗਿਆ ਤੇ ਮੇਰੀ ਖਾਕ ਉੱਡਣ ਲੱਗੀ ਤਾਂ ਉਹ ਕਦੀ ਮਹਿਬੂਬ ਦੇ ਚਿਹਰੇ 'ਤੇ ਨਹੀਂ ਡਿੱਗੇਗੀ। ਮੇਰੀ ਗੱਲ ਸੁਣ ਕੇ ਅੰਮ੍ਰਿਤਾ ਕਹਿਣ ਲੱਗੀ, ਪੂਰਾ ਸ਼ੇਰ ਸੁਣਾਓ। ਮੇਰੇ ਵੱਲੋਂ ਇਹ ਸ਼ੇਰ ਸੁਣਾਉਣ ਨਾਲ ਜਿਵੇਂ ਇੰਟਰਵਿਊ ਸਮਾਪਤ ਹੋ ਗਈ। ਦੂਰ ਬੈਠਾ ਗੁਬਾਰੇ ਮੀਰ ਉਨਸੇ, ਇਸ਼ਕ ਬਿਨ ਇਹ ਅਦਬ ਨਹੀਂ ਆਤਾ। ਧੰਨਵਾਦ। ਅਗਲਾ ਲੇਖ ਹੈ ਸਤੀ ਰੰਧਾਵਾ ਦਾ ਯਾਦਾਂ ਅੰਮ੍ਰਿਤਾ ਦੀਦੀ ਦੀਆਂ। ਦੀਦੀ ਦੀ ਯਾਦ ਆਉਂਦੀ ਹੈ ਤੇ ਮਨ ਪਰਚਾਉਂਦੀ ਹੈ। ਮੇਰੇ ਕੋਲ ਦੀਦੀ ਦੀਆਂ ਬਹੁਤ ਯਾਦਾਂ ਹਨ, ਇੰਨੀਆਂ ਕਿ ਹਰ ਵਕਤ ਹਰ ਸੋਚ ਵਿੱਚ ਸ਼ਾਮਲ ਹੋਣ ਵਾਲੀਆਂ ਉਮਰ ਭਰ। ਅਸਲ 'ਚ ਉਹਨਾਂ ਦੀਆਂ ਯਾਦਾਂ 'ਚੋਂ ਹੀ ਜ਼ਿੰਦਗੀ ਨਿਕਲਦੀ ਹੈ, ਸੋਚ ਨਿਕਲਦੀ ਹੈ ਤੇ ਉਸੇ ਸੋਚ ਮੁਤਾਬਕ ਹੀ ਜਿਉਣਾ ਚੰਗਾ ਲੱਗਦਾ ਹੈ। ਜਿਉਣਾ ਮੇਰੇ ਲਈ ਕਦੀ ਵੀ ਆਸਾਨ ਨਹੀਂ ਰਿਹਾ, ਇਸ ਲਈ ਹਰ ਵਕਤ ਹੀ ਦੀਦੀ ਦੀਆਂ ਯਾਦਾਂ ਦੀ ਰੌਸ਼ਨੀ ਦੀ ਜ਼ਰੂਰਤ ਬਣੀ ਰਹੀ ਹੈ ਤੇ ਬਣੀ ਰਹੇਗੀ। ਹਰ ਐਤਵਾਰ ਉਹਨਾਂ ਕੋਲ ਜਾਂਦਿਆਂ ਕੋਈ 2-3 ਸਾਲ ਹੋ ਗਏ ਸਨ। ਜਦੋਂ ਕਦੇ ਮੈਂ ਲੇਟ ਹੋ ਜਾਂਦੀ ਤਾਂ ਦੀਦੀ ਦਾ ਫੋਨ ਆ ਜਾਂਦਾ, ਪੁੱਛਦੇ, ਅੱਜ ਐਤਵਾਰ ਹੀ ਹੈ ਨਾ? ਹਾਂ ਦੀਦੀ, ਮੈਂ ਜਵਾਬ ਦਿੰਦੀ। ਤੇ ਫਿਰ ਤੂੰ ਅਜੇ ਤੱਕ ਆਈ ਕਿਉਂ ਨਹੀਂ? ਬਹੁਤ ਹੀ ਅਪਣੱਤ ਹੁੰਦੀ ਸੀ ਉਹਨਾਂ ਦੀ ਆਵਾਜ਼ ਵਿੱਚ। ਉਹਨਾਂ ਦੇ ਘਰ ਉਹਨਾਂ ਨਾਲ ਲੰਚ ਕਰਨਾ, ਚਾਹ ਪੀਣੀ, ਨਾਲ ਨਾਲ ਸਾਰਾ ਦਿਨ ਸਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਉਹਨਾਂ ਨੂੰ ਮੇਰੇ ਮਨ ਦੀ ਹਰ ਲਹਿਰ, ਖੁਸ਼ੀ ਦੀ, ਗਮੀ ਦੀ, ਸਹਿਮਦੀ ਨੂੰ ਜਾਣਨ ਦਾ ਆਰਟ ਆਉਂਦਾ ਸੀ। ਅਸਲ 'ਚ ਉਹ ਝਾਤੀ ਮਾਰਦੀ ਮਨ ਵਿੱਚ ਸਨ। ਬਾਹਰੀ ਹੋਂਦ ਨਾਲ ਉਹਨਾਂ ਨੂੰ ਘੱਟ ਦਿਲਚਸਪੀ ਸੀ। ਮੈਂ ਚਾਹ ਕੇ ਵੀ ਉਹਨਾਂ ਕੋਲੋਂ ਆਪਣੀ ਮੁਸ਼ਕਿਲ ਜਾਂ ਕੋਈ ਡਰ ਭਰਮ ਛੁਪਾ ਨਹੀਂ ਸਕਦੀ ਸੀ। ਖੁਸ਼ੀ ਤਾਂ ਮੈਂ ਹਮੇਸ਼ਾ ਹੀ ਉਹਨਾਂ ਦੇ ਨਾਲ ਉਹਨਾਂ ਦੇ ਘਰ ਹੀ ਮਨਾਈ ਹੈ। ਜਦੋਂ ਮੇਰੇ ਵਿਆਹ ਦੀ ਤਾਰੀਖ ਤੈਅ ਹੋ ਗਈ ਤਾਂ ਦੀਦੀ ਬਹੁਤ ਹੀ ਸ਼ਸ਼ੋਪੰਚ ਸਨ। ਉਹਨਾਂ ਨੂੰ ਧੁਰ ਅੰਦਰ ਕਿਤੇ ਲੱਗਦਾ ਸੀ ਕਿ ਸ਼ਾਇਦ ਮੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਸ਼ਾਇਦ ਇਸੇ ਲਈ ਉਹ ਮੇਰੇ ਨਾਲ ਮੇਰੇ ਫਿਊਚਰ ਬਾਰੇ ਕਈ ਗੱਲਾਂ, ਕਈ ਸਿਚੁਏਸ਼ਨਸ ਡਿਸਕਸ ਕਰਦੇ ਰਹਿੰਦੇ ਤੇ ਕਰਦੇ ਹੀ ਰਹੇ ਮੇਰੇ ਵਿਆਹ ਤੱਕ। ਇੱਕ ਵਾਰ ਐਤਵਾਰ ਦੇ ਦਿਨ ਮੌਸਮ ਬਹੁਤ ਖਰਾਬ ਹੋ ਗਿਆ। ਤੇਜ਼ ਹਵਾਵਾਂ ਚੱਲ ਰਹੀਆਂ ਸਨ। ਤੂਫਾਨ ਆਉਣ ਵਰਗੇ ਹਾਲਾਤ ਬਣਦੇ ਜਾ ਰਹੇ ਸਨ। ਮੈਂ ਜਦੋਂ ਉਹਨਾਂ ਦੇ ਘਰ ਪਹੁੰਚ ਕੇ ਘੰਟੀ ਵਜਾਈ ਤਾਂ ਦਰਵਾਜ਼ਾ ਖੋਲ੍ਹਦਿਆਂ ਹੀ ਕਹਿੰਦੇ, ਇੰਨੇ ਤੂਫਾਨ 'ਚ? ਇਹ ਤੂਫਾਨ ਤੈਨੂੰ ਨਾਲ ਲਿਆਇਆ ਕਿ ਤੂੰ ਤੂਫਾਨ ਨੂੰ ਲੈ ਕੇ ਆਈ ਹੈ? ਬੜੀ ਸਾਦਗੀ ਨਾਲ ਥੋੜ੍ਹੇ ਜਿਹੇ ਲਫ਼ਜ਼ਾਂ 'ਚ ਦੀਦੀ ਬਹੁਤ ਕੁਝ ਕਹਿ ਦਿੰਦੇ ਸੀ। ਅੱਜ ਵੀ ਜਦੋਂ ਕਦੀ ਮੌਸਮ ਖਰਾਬ ਹੁੰਦਾ ਤੇ ਮੈਨੂੰ ਉਹਨਾਂ ਦੀ ਗੱਲ ਯਾਦ ਆ ਜਾਂਦੀ ਹੈ। ਸੋਚਦੀ ਹਾਂ ਕਿੰਨੇ ਚੰਗੇ ਦਿਨ ਸਨ ਉਹ, ਕਿੰਨੀਆਂ ਮਿੱਠੀਆਂ ਘੜੀਆਂ ਮੈਨੂੰ ਉਹਨਾਂ ਦਾ ਸਾਥ ਨਸੀਬ ਹੋਇਆ। ਸੱਚਮੁੱਚ ਮੈਂ ਬਹੁਤ ਹੀ ਖੁਸ਼ ਨਸੀਬ ਹਾਂ। ਦੀਦੀ ਦੀਆਂ ਨਸੀਹਤਾਂ, ਦੀਦੀ ਦੀ ਸੋਚ, ਦੀਦੀ ਦਾ ਰਵੱਈਆ, ਦੀਦੀ ਦਾ ਪਿਆਰ, ਦੀਦੀ ਦੀਆਂ ਦਿੱਤੀਆਂ ਬਹੁਤ ਸਾਰੀਆਂ ਸੁਗਾਤਾਂ, ਬਹੁਤ ਕੁਝ ਮਿਲਿਆ ਮੈਨੂੰ ਦੀਦੀ ਕੋਲੋਂ। ਜੁਲਾਈ 2005 'ਚ ਮੈਂ ਜਦੋਂ ਉਹਨਾਂ ਨੂੰ ਮਿਲਣ ਗਈ ਤਾਂ ਇਮਰੋਜ਼ ਅਲਕਾ ਨੇ ਦੱਸਿਆ ਕਿ ਉਹਨਾਂ ਦੀ ਯਾਦਦਾਸ਼ਤ ਗੁਆਚ ਗਈ ਹੈ। ਸਰੀਰਕ ਤੌਰ 'ਤੇ ਵੀ ਬਹੁਤ ਕਮਜ਼ੋਰ ਹੋ ਗਏ ਸਨ, ਪਛਾਣ 'ਚ ਨਹੀਂ ਆ ਰਹੇ ਸਨ। ਮੈਂ ਕੋਲ ਜਾ ਬੈਠੀ, ਅੱਖਾਂ ਬੰਦ ਸਨ ਉਹਨਾਂ ਦੀਆਂ, ਸ਼ਾਇਦ ਨੀਂਦ 'ਚ ਸਨ। ਥੋੜ੍ਹੀ ਦੇਰ ਬਾਅਦ ਉਹਨਾਂ ਅੱਖਾਂ ਖੋਲ੍ਹੀਆਂ ਤੇ ਹੈਰਾਨ ਜਿਹੇ ਹੋ ਕੇ ਕਹਿਣ ਲੱਗੇ, ਤੂੰ ਕਿੱਥੋਂ ਆ ਗਈ? ਮੈਂ ਇਮਰੋਜ਼ ਤੇ ਅਲਕਾ ਹੈਰਾਨ ਹੋ ਕੇ ਉਹਨਾਂ ਨੂੰ ਵੇਖਦੇ ਹੀ ਰਹਿ ਗਏ। ਇੱਕ ਮਿੰਟ ਵਾਸਤੇ ਲੱਗਾ ਜਿਵੇਂ ਉਹਨਾਂ ਦੀ ਯਾਦਦਾਸ਼ਤ ਵਾਪਸ ਆ ਗਈ ਹੈ। ਜ਼ਿੰਦਗੀ ਦੀ ਜਦੋਜਹਿਦ 'ਚ ਜਦੋਂ ਕਦੇ ਮੈਂ ਕੋਈ ਵੱਡੀ ਮੁਸ਼ਕਿਲ ਹੱਸਦਿਆਂ ਹੱਸਦਿਆਂ ਪਾਰ ਕਰ ਲੈਂਦੀ ਤਾਂ ਦੀਦੀ ਬਹੁਤ ਖੁਸ਼ ਹੁੰਦੇ ਤੇ ਫਿਰ ਪੁੱਛਦੇ, ਇੰਨੀ ਹਿੰਮਤ ਕਿਵੇਂ ਕਰ ਲਈ? ਮੈਂ ਹੱਸ ਕੇ ਕਹਿੰਦੀ, ਸਾਰੀ ਹਿੰਮਤ ਤੁਹਾਡੇ ਕੋਲੋਂ ਮਿਲਦੀ ਹੈ। ਬੜੇ ਖੁਸ਼ ਹੁੰਦੇ, ਮੇਰੇ ਵੱਲ ਬੜੇ ਪਿਆਰ ਨਾਲ ਵੇਖਦੇ, ਮੈਂ ਵੀ ਖੁਸ਼ ਹੋ ਜਾਂਦੀ, ਮੇਰਾ ਕੌਨਫੀਡੈਂਸ ਵੱਧ ਜਾਂਦਾ। ਕੁਛ ਲੋਕ ਜਦੋਂ ਕਦੇ ਉਹਨਾਂ ਬਾਰੇ ਫਜ਼ੂਲ ਗੱਲਾਂ ਕਰਦੇ, ਗਲਤ ਲਫ਼ਜ਼ਾਂ ਦਾ ਇਸਤੇਮਾਲ ਕਰਦੇ
ਤਾਂ ਦੀਦੀ ਬਹੁਤ ਹੀ ਉਦਾਸ ਹੋ ਜਾਂਦੇ। ਕਹਿੰਦੇ ਮੇਰੀ ਜ਼ਿੰਦਗੀ ਹੈ, ਮੈਂ ਜਿਵੇਂ ਚਾਹਵਾਂ ਜੀਵਾਂ, ਲੋਕਾਂ ਦਾ ਮੈਂ ਕੀ ਲੈਂਦੀ, ਕਿਉਂ ਤਕਲੀਫ ਹੁੰਦੀ ਹੈ ਉਹਨਾਂ ਨੂੰ। ਮੈਂ ਕਹਿੰਦੀ ਦੀਦੀ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਕੋਈ ਔਰਤ ਉਹਨਾਂ ਤੋਂ ਕਿਤੇ ਜ਼ਿਆਦਾ ਸੱਚਾ ਸੁੱਚਾ ਉੱਚਾ ਸੋਹਣਾ ਜੀਵਨ ਜਿਉ ਰਹੀ ਹੈ, ਬਸ ਹੋਰ ਕੁਛ ਨਹੀਂ। ਉਹ ਹੋਰ ਉਦਾਸ ਹੋ ਜਾਂਦੇ। ਕਹਿੰਦੇ ਯਾ ਰੱਬ, ਹਰ ਕਿਸੇ ਨੂੰ ਸਹੀ ਜਿਉਣ ਦੀ, ਸਹੀ ਬੋਲਣ ਦੀ, ਸਹੀ ਲਿਖਣ ਦੀ ਤੌਫੀਕ ਦੇ। ਮੈਂ ਕਈ ਵਾਰ ਸਲਵਾਰ ਕਮੀਜ਼ ਦੀ ਜਗ੍ਹਾ ਸਕਰਟ ਟੌਪ ਪਾ ਲੈਂਦੀ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੀ। ਕਹਿੰਦੇ ਸੀ ਹਰ ਡਰੈਸ ਦੀ ਆਪਣੀ ਖੂਬਸੂਰਤੀ ਹੁੰਦੀ ਹੈ, ਪਰ ਜੋ ਖੂਬਸੂਰਤੀ ਕਮੀਜ਼ ਸਲਵਾਰ 'ਚ ਹੈ ਉਹ ਹੋਰ ਕਿਸੇ ਡਰੈਸ 'ਚ ਨਹੀਂ ਹੈ। ਉਹਨਾਂ ਨੂੰ ਪੰਜਾਬੀਅਤ ਨਾਲ, ਪੰਜਾਬੀ ਸੱਭਿਆਚਾਰ ਨਾਲ ਬਹੁਤ ਪਿਆਰ ਸੀ। ਦੀਦੀ ਦਾ 75ਵਾਂ ਜਨਮ ਦਿਨ ਸੀ। ਦੀਦੀ ਨੇ ਕਈ ਦੋਸਤਾਂ ਮਿੱਤਰਾਂ ਨੂੰ ਬੁਲਾਇਆ ਸੀ। ਮੈਂ ਫੁੱਲਾਂ ਦਾ ਗੁਲਦਸਤਾ ਫੜਾਉਂਦਿਆਂ ਕਿਹਾ ਦੀਦੀ ਇਹ ਫੁੱਲ ਮੇਰਾ ਪਿਆਰ ਹੈ, ਸਵੀਕਾਰ ਕਰੋ। ਦੀਦੀ ਨੇ ਕਿਹਾ ਇੱਕ ਚੀਨੀ ਕਹਾਵਤ ਅਨੁਸਾਰ ਫੁੱਲ ਦੇਣ ਵਾਲੇ ਹੱਥਾਂ ਵਿੱਚ ਫੁੱਲਾਂ ਦੀ ਖੁਸ਼ਬੂ ਲੱਗੀ ਰਹਿ ਜਾਂਦੀ ਹੈ। ਸੱਚਮੁੱਚ ਦੀਦੀ ਕੋਲੋਂ ਹਰ ਰਿਸ਼ਤੇ ਦੀ ਖੁਸ਼ਬੂ ਮਿਲੀ ਹੈ ਮੈਨੂੰ। ਜਦੋਂ ਗਏ ਤਾਂ ਲੱਗਾ ਹੁਣ ਜਿਉਣਾ ਮੁਸ਼ਕਿਲ ਹੈ, ਪਰ ਅੱਜ ਲੱਗਦਾ ਉਹ ਕਿਤੇ ਨਹੀਂ ਗਏ, ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਹੈ ਅਤੇ ਵਸਦੇ ਹੀ ਰਹਿਣਗੇ। ਇੱਕ ਹੀ ਤਮੰਨਾ ਹੈ ਕਿ ਦੀਦੀ ਦਾ ਸਾਥ ਕਿਸੇ ਨਾ ਕਿਸੇ ਰੂਪ ਵਿੱਚ ਹਰ ਜਨਮ 'ਚ ਮਿਲੇ। ਨੂਰੀ ਦਾ ਵਿਆਹ ਸੀ। ਗੁਰਦੁਆਰਾ ਸਾਹਿਬ ਵਿਖੇ ਲਾਵਾਂ ਫੇਰੇ ਸਨ। ਦੀਦੀ ਦੇ ਗੋਡੇ 'ਚ ਬਹੁਤ ਦਰਦ ਹੋਣ ਕਾਰਨ ਉਹ ਜ਼ਮੀਨ ਉੱਤੇ ਚੌਂਕੜੀ ਮਾਰ ਕੇ ਨਹੀਂ ਸਨ ਬੈਠ ਸਕਦੇ। ਲਾਵਾਂ ਫੇਰੇ ਹੁੰਦੇ ਰਹੇ ਅਤੇ ਮੈਂ ਅਤੇ ਦੀਦੀ ਇੱਕ ਸਾਈਡ 'ਤੇ ਖੜ੍ਹੇ ਹੋ ਕੇ ਵੇਖਦੇ ਰਹੇ। ਅੱਜ ਵੀ ਜਦੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾਂਦੀ ਹਾਂ ਤਾਂ ਦੀਦੀ ਬਹੁਤ ਯਾਦ ਆਉਂਦੇ ਹੈ। ਲੱਗਦਾ ਹੁਣੇ ਕਿਤਿਓਂ ਆ ਜਾਣਗੇ। ਦੀਦੀ ਦੀ ਸੋਚ ਬਹੁਤ ਡੂੰਘੀ ਅਤੇ ਸਪਸ਼ਟ ਸੀ। ਉਹਨਾਂ ਦਾ ਦਿਲ ਬਹੁਤ ਸੋਹਣਾ ਸੀ, ਸੋਚ ਬਹੁਤ ਸੋਹਣੀ ਸੀ। ਉਹਨਾਂ ਦਾ ਮਨ ਬਹੁਤ ਸੋਹਣਾ ਸੀ, ਨੈਣ ਨਕਸ਼ ਬਹੁਤ ਸੋਹਣੇ ਸਨ। ਉਹ ਸੋਹਣਾ ਕਰਦੇ ਸਨ, ਸੋਹਣਾ ਜਿਉਂਦੇ ਸਨ, ਸੋਹਣਾ ਵੇਖਦੇ ਸਨ। ਇਨਸਾਨੀਅਤ ਦੀ ਇੱਕ ਅਨੋਖੀ ਮਿਸਾਲ ਸਨ ਉਹ। ਉਹਨਾਂ ਵਰਗਾ ਕੋਈ ਨਹੀਂ। ਧੰਨਵਾਦ।